ਗੁਰਦਾਸਪੁਰ ਵਿੱਚ ਸਥਿਤ ਨਾਰਾਇਣ ਹੈਂਡਲੂਮ ਦੇ ਸ਼ੋਰੂਮ ਵਿੱਚ ਭਿਆਨਕ ਅੱਗ ਲੱਗਣ ਕਾਰਨ ਹੋਇਆ ਲੱਖਾਂ ਦਾ ਨੁਕਸਾਨ। ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਬਣਾਇਆ ਜਾਵੇਗਾ ਮੈਮੋਰੀਅਲ। ਸੀਐਮ ਚੰਨੀ। ਖੇਤੀ ਕਾਨੂੰਨ ਰੱਦ, ਹੁਣ ਕੀ ਹੋਵੇਗਾ ਅੰਦੋਲਨ ਦਾ ਰੁਖ, ਜਾਣੋ ਕਿਸਾਨ ਆਗੂਆਂ ਦਾ ਰਿਐਕਸ਼ਨ। ਕਿਸਾਨ ਜਥੇਬੰਦੀਆਂ ਦੀ ਬੈਠਕ ਟਲੀ, ਹੁਣ 22 ਨਵੰਬਰ ਨੂੰ ਹੋਵੇਗੀ ਅਗਲੀ ਮੀਟਿੰਗ। ਐਮਐਸਪੀ ਸਣੇ ਕਈ ਮੁੱਦਿਆਂ ਤੇ ਹੋਵੇਗੀ ਚਰਚਾ। ਕਾਨੂੰਨ ਰੱਦ ਹੋਣ ਤੋਂ ਮਗਰੋਂ ਕਨਵਰ ਗਰੇਵਾਲ ਪਹੁੰਚਿਆ ਸਿੱਧੂ ਬਾਰਡਰ। ਕਰਤਾਰਪੁਰ ਸਾਹਿਬ ਤੋਂ ਪਰਤੇ ਨਵਜੋਤ ਸਿੰਘ ਸਿੱਧੂ ਨੇ ਲਾਈਵ ਹੋ ਕੇ ਇਮਰਾਨ ਖਾਨ ਦੀ ਦੋਸਤੀ ਤੇ ਸਵਾਲ ਚੱਕਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ। ਕੰਗਨਾ ਰਣੌਤ ਦੇ ਕਿਸਾਨਾਂ ਖਿਲਾਫ ਵਿਵਾਦਿਤ ਬਿਆਨ ਤੇ ਭੜਕੇ ਮਨਜਿੰਦਰ ਸਿੰਘ ਸਿਰਸਾ। ਕਾਨੂੰਨ ਰੱਦ ਹੋਣ ਤੋਂ ਬਾਅਦ ਵੀ ਗੁਰਨਾਮ ਸਿੰਘ ਚੜੂਨੀ ਦਾ ਅੰਦੋਲਨ ਨੂੰ ਲੈ ਕੇ ਆਇਆ ਵੱਡਾ ਬਿਆਨ। ਗੁਰਦਾਸਪੁਰ ਵਿੱਚ ਸਥਿਤ ਨਾਰਾਇਣ ਹੈਂਡਲੂਮ ਦੇ ਸ਼ੋਰੂਮ ਵਿੱਚ ਭਿਆਨਕ ਅੱਗ ਲੱਗਣ ਕਾਰਨ ਹੋਇਆ ਲੱਖਾਂ ਦਾ ਨੁਕਸਾਨ। ਗੁਰਦਾਸਪੁਰ ਦੇ ਗੀਤਾ ਭਵਨ ਰੋਡ ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸ਼ਾਮ ਦੇ 8 ਵਜੇ ਕਰੀਬ ਨਾਰਾਇਣ ਹੈਂਡਲੂਮ ਦੇ ਸ਼ੋਰੂਮ 'ਚ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਸ਼ੋਰੂਮ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਮੌਕੇ ਤੇ ਪਹੁੰਚੇ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਵਿਧਾਇਕ ਪਹਾੜਾ ਨੇ ਅੱਗ ਤੇ ਕਾਬੂ ਪਾਉਣ ਲਈ ਗੁਰਦਾਸਪੁਰ ਸਮੇਤ ਬਟਾਲਾ, ਡੇਰਾ ਬਾਬਾ ਨਾਨਕ, ਪਠਾਨਕੋਟ, ਦਸੂਆ, ਮੁਕੇਰੀਆ ਤੋਂ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨੂੰ ਬੁਲਾਇਆ ਅਤੇ 3 ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਮੁਕੇਰੀਆਂ ਤੋਂ, ਦਸੂਏ ਤੋਂ, ਬਟਾਲੇ ਤੋਂ ਜਿੱਥੇ ਵੀ ਸੀਗੀ ਉਹ ਮੈਂ ਤੇ ਡੀ ਸਾਹਿਬ ਨੇ ਗੱਲ ਕਰਕੇ ਤੇ ਮੇਰੇ ਖਿਆਲ 20-22 ਮਿੰਟ ਲਾਏ ਆ ਉੱਥੋਂ ਗੱਡੀਆਂ ਆਉਂਦੀਆਂ ਪਠਾਨਕੋਟ ਤੋਂ ਤੇ ਸਾਰੇ ਏਰੀਏ ਤੋਂ। ਮੇਰੇ ਕੋਲ ਆਪ ਦੀ ਫਾਇਰ ਬ੍ਰਿਗੇਡ ਦੀਆਂ ਨਵੀਆਂ ਗੱਡੀਆਂ ਸੀਗੀਆਂ ਤੇ ਮੌਕੇ ਤੇ ਕਮੇਟੀ ਪ੍ਰਧਾਨ ਬਲਜੀਤ ਪਾੜਾ ਜੀ ਆਏ ਆ ਤੇ ਸਾਰੇ ਅਸੀਂ ਆਏ ਆ ਤੇ ਪ੍ਰਮਾਤਮਾ ਦਾ ਸ਼ੁਕਰ ਆ ਕਿ ਲਗਭਗ ਅੱਗ ਤੇ 90% ਅੱਗ ਤੇ ਕਾਬੂ ਪਾਇਆ ਜਾ ਚੁੱਕਾ ਜੀ। ਸਿਰਫ ਬੇਸਮੈਂਟ 'ਚ 2 ਵਾਰੀ ਅਸੀਂ ਅੰਦਰ ਗਏ ਆ ਪਰ ਅੰਦਰ ਆਕਸੀਜਨ ਦੀ ਕਮੀ ਆ, ਉਹਦੇ ਕਰਕੇ ਹੁਣ ਸਾਈਡ ਤੋਂ ਇੱਕ ਹੋਲ ਹੈਗਾ ਕਿਸੇ ਦੇ ਘਰ ਦੇ ਉੱਤੋਂ ਦੀ ਆ ਕੇ ਉੱਥੇ ਲੱਗੇ ਹੋਏ ਆ ਤੇ ਨੀਚੇ ਵੀ ਮੈਂ ਉਹਨੂੰ ਕਿਹਾ ਬ੍ਰਦਰ ਨੂੰ ਇੱਕ ਹੱਲਾ ਫੇਰ ਮਾਰੀਏ ਤੇ ਹੈਲਮਟ ਪਾ ਕੇ ਅੰਦਰ। ਜਦੋਂ ਮੇਰਾ ਲਾਸਟ ਇਹੋ ਹੀ ਅੱਗ ਰਹਿ ਗਈ ਆ, ਬਾਕੀ ਸਾਰੀ ਖਤਮ ਹੋ ਗਈ ਆ। 2.5 ਘੰਟੇ ਤੋਂ ਵੱਧ ਹੋ ਗਏ, ਹੁਣ ਤੇ 12:15 ਹੋ ਗਏ ਆ ਤੇ ਚਲੋ ਕੋਈ ਗੱਲ ਤੇ ਦੇਖੋ ਵੀ ਜਾਨ ਮਾਲ ਜਿਹੜਾ ਉਹ ਬਚ ਗਿਆ। ਇਹ ਨੁਕਸਾਨ ਤੇ ਪੂਰੇ ਹੋ ਜਾਣਗੇ, ਕਿਸੇ ਦੀ ਜਾਨ ਨਹੀਂ ਗਈ ਕਿਉਂਕਿ ਅੱਜ ਇਸ ਦੁਕਾਨ ਤੇ ਬੈਠੇ ਆ, ਇਹ ਸਾਰੀ ਆਇਲ ਵਾਲੀ ਦੁਕਾਨ ਆ। ਇਹਦੇ ਅੰਦਰ ਵੀ ਕਿਤੇ ਸਾਈਡ ਤੇ ਸਿਲੰਡਰ ਪਏ ਸੀ, ਉਹ ਕਢਵਾਏ ਆ ਤੇ ਜੇ ਸਿਲੰਡਰਾਂ ਨੂੰ ਅੱਗ ਲੱਗ ਜਾਂਦੀ ਤੇ ਮੇਰੇ ਖਿਆਲ ਬਹੁਤ ਜ਼ਿਆਦਾ ਤਬਾਹੀ ਹੋਣੀ ਸੀ। ਉਹ ਮੌਕੇ ਤੇ ਆ ਕੇ ਸਾਰਾ ਹੈਂਡਲ ਹੋ ਗਿਆ ਤੇ ਫਾਇਰ ਬ੍ਰਿਗੇਡ ਦੇ ਸਾਰੇ ਜਿਹੜੇ ਬੰਦੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਜੇ ਅਜੇ ਵੀ ਲੱਗੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਸਾਰੇ ਮੇਰੇ ਨਾਲ ਲੱਗੇ ਨੇ। ਮੇਰਾ ਲੱਗਣ ਦਾ ਇਹੀ ਮਕਸਦ ਸੀਗਾ ਵੀ ਇੱਕ ਤੇ ਕਾਬੂ ਪੈ ਜੇ, ਇੱਕ ਇਹਨਾਂ ਦਾ ਮੋਰਾਲ ਅਪ ਹੋਏ ਕਿਉਂਕਿ ਮੈਂ ਪਬਲਿਕ ਦਾ ਨੁਮਾਇੰਦਾ। ਮੇਰੀ ਹਮੇਸ਼ਾ ਆਦਤ ਆ, ਤੁਹਾਨੂੰ ਪਹਿਲਾਂ ਵੀ ਪਤਾ, ਮੈਨੂੰ ਫਾਇਰ ਬ੍ਰਿਗੇਡ ਵਾਲੇ ਮੁੰਡਿਆਂ ਨੇ ਵੀ ਬਹੁਤ ਕੰਪੈਲ ਕੀਤਾ ਅੰਦਰੋਂ ਬਾਹਰ ਜਾਣ ਲਈ ਵੀ ਲੈਂਟਰ ਡੇਗ ਦੇਗਾ। ਮੈਂ ਇੱਕੋ ਗੱਲ ਕਹੀ ਹੈ ਕਿ ਜਿੱਦਾਂ ਦੀ ਜਾਨ ਤੁਹਾਡੀ ਉੱਦਾਂ ਦੀ ਮੇਰੀ। ਮੈਂ ਕਿਹਾ ਜਾਵਾਂਗੇ ਤੇ ਇਕੱਠੇ ਜਾਵਾਂਗੇ, ਰਵਾਂਗੇ ਤੇ ਇਕੱਠੇ ਰਵਾਂਗੇ। ਇਸ ਕਰਕੇ ਮੈਂ ਤੁਹਾਨੂੰ ਮੇਰੀ ਨੇਚਰ ਦਾ ਪਤਾ ਤੇ ਮੈਂ ਅੱਗੇ ਹੋ ਕੇ ਕੰਮ ਕਰਦਾ, ਚਾਹੇ ਉਦੋਂ ਵੀ ਸੀਗਾ ਪਿਛਲੇ ਔਖੇ ਸਮੇਂ 'ਚ, ਅੱਜ ਵੀ। ਮੈਂ ਨਹੀਂ ਕਦੀ ਇਹ ਗੱਲ ਦੇਖਿਆ ਜਿਹਦੇ ਸਾਹ ਲਿਖੇ ਆਉਣੇ ਆ। ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਬਣਾਇਆ ਜਾਵੇਗਾ ਮੈਮੋਰੀਅਲ। ਸੀਐਮ ਚੰਨੀ। ਜਿਹੜਾ ਕਿ ਸਾਡਾ ਅੰਨਦਾਤ ਹੈ ਉਸ ਨੂੰ ਭਿਖਾਰੀ ਬਣਾਉਣ ਦੀ ਜਿਹੜੀ ਸੋਚ ਹੈ, ਉਸ ਦੇ ਖਿਲਾਫ ਇਹ ਸੰਘਰਸ਼ ਜਿਹੜਾ ਹੋਇਆ ਸੰਯੁਕਤ ਮੋਰਚਾ ਦਾ, ਅੱਜ ਉਸ ਦੀ ਜਿੱਤ ਹੋਈ ਹੈ। ਮੈਂ ਸੰਯੁਕਤ ਮੋਰਚਾ ਨੂੰ, ਖੇਤ ਮਜ਼ਦੂਰਾਂ ਨੂੰ, ਕਿਸਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ, ਡੈਮੋਕ੍ਰੈਟਿਕ ਸਿਸਟਮ ਨੂੰ ਵਧਾਈ ਦਿੰਦਾ ਜਿਹੜਾ ਕਿ ਇਹ ਕਾਨੂੰਨ ਵਾਪਸ ਲਏ ਗਏ ਹੈ। ਵਾਪਸ ਅਜੇ ਹੋਣੇ ਹੈ, ਜਦ ਤੱਕ ਇਹ ਵਾਪਸ ਨਹੀਂ ਹੁੰਦੇ ਸਾਨੂੰ ਪਹਿਰਾ ਦੇਣ ਦੀ ਲੋੜ ਹੈ, ਸਾਨੂੰ ਚੁਕੰਨੇ ਲੈਣ ਦੀ ਲੋੜ ਹੈ। ਇਹ ਨਾ ਹੋਣ ਕਿ ਜੀ ਲੱਡੂ ਮੁੱਕ ਗਏ, ਯਾਰ ਨੇ ਟੁੱਟ ਗਏ, ਭੈੜੀ ਯਾਰੀ ਲੱਡੂਆਂ ਦੀ। ਵੋਟਾਂ ਤੱਕ ਸੀਮਤ ਨਾ ਰਹਿਣ ਇਹ ਲੋਕ, ਇਹ ਕਾਨੂੰਨ ਵਾਪਸ ਦਵਾਉਣੇ ਹੈ ਤੇ ਐਮਐਸਪੀ ਜਿਹੜਾ ਉਹ ਕਾਨੂੰਨ ਦੇ ਰੂਪ ਵਿੱਚ ਮਿਲੇ। ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਰਕਾਰ ਪੰਜਾਬ ਦੇ ਵਿੱਚ ਕਿਸਾਨ ਹਿਤੈਸ਼ੀ ਹੈ, ਮਜ਼ਦੂਰ ਹਿਤੈਸ਼ੀ ਹੈ, ਹਰ ਵਰਗ ਦੇ ਨਾਲ ਅਸੀਂ ਮਿਲ ਕੇ ਚੱਲਦੇ ਹਾਂ ਤੇ ਜਿਹੜੇ ਕਿਸਾਨ ਮੈਂ ਪਹਿਲਾਂ ਐਲਾਨ ਕਰ ਚੁੱਕਿਆ ਇਹਦੇ ਵਿੱਚ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਆ। ਇਹ ਕੋਈ ਮੈਂ ਅੱਜ ਨਹੀਂ ਕਹਿ ਰਿਹਾ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਤੇ ਅਸੀਂ ਦੇ ਵੀ ਰਹੇ ਨੌਕਰੀਆਂ। ਅਸੀਂ ਸਾਰਿਆਂ ਨੂੰ ਉਹਨਾਂ ਨੂੰ ਇੱਕ ਪਰਿਵਾਰ ਨੂੰ ਨੌਕਰੀ ਦੇ ਰਹੇ ਦੇਵਾਂਗੇ ਤੇ ਨਾਲ ਇੱਕ ਮੈਮੋਰੀਅਲ ਇਸ ਸੰਘਰਸ਼ ਦੇ ਨਾਮ ਤੇ ਕਿਸਾਨ ਯੂਨੀਅਨ ਜਿਸ ਤਰ੍ਹਾਂ ਉਹਦਾ ਨਾਮ ਦੱਸਣਗੇ, ਅਸੀਂ ਇੱਕ ਪੰਜਾਬ ਦੇ ਵਿੱਚ ਢੁਕਵੀਂ ਜਗ੍ਹਾ ਤੇ ਵੱਡਾ ਮੈਮੋਰੀਅਲ ਇਸ ਸੰਘਰਸ਼ ਦੇ, ਕਿਉਂਕਿ ਲੋਕਾਂ ਦਾ ਸੰਘਰਸ਼ ਹੈ। ਆਜ਼ਾਦੀ ਤੋਂ ਬਾਅਦ ਜੇ ਕੋਈ ਵੱਡਾ ਸੰਘਰਸ਼ ਚੱਲਿਆ ਤਾਂ ਇਹ ਹੈ ਜਿਹਨੇ ਪੰਜਾਬ ਹੀ ਨਹੀਂ ਪੂਰੇ ਦੇਸ਼ ਵਿੱਚ
ਡੈਮੋਕ੍ਰੈਟਿਕ ਸਿਸਟਮ ਨੂੰ ਤਗੜਾ ਕੀਤਾ ਹੈ, ਡਿਕਟੇਟਰਸ਼ਿਪ ਨੂੰ ਨੱਥ ਪਾਈ ਹੈ, ਡਿਕਟੇਟਰਸ਼ਿਪ ਨੂੰ ਕਿਹਾ ਕਿ ਇੱਥੇ ਤੁਹਾਡੇ ਵਾਸਤੇ ਕੋਈ ਜਗ੍ਹਾ ਨਹੀਂ ਹੈ, ਇਹ ਲੋਕਾਂ ਦਾ ਰਾਜ ਹੈ, ਲੋਕਾਂ ਦੇ ਮੁਤਾਬਕ ਚੱਲੇਗਾ, ਤੁਸੀਂ ਇੱਕ ਤਰਫਾ ਡਿਸੀਜਨ ਨਹੀਂ ਕਰ ਸਕਦੇ। ਇਹ ਨਹੀਂ ਹੈ ਕਿ ਵੋਟਾਂ ਪਾਰਲੀਮੈਂਟ 'ਚ ਪਈਆਂ ਹੀ ਨਹੀਂ ਤੁਹਾਨੂੰ ਪੂਰੀਆਂ, ਤੁਸੀਂ ਕਾਨੂੰਨ ਲਾਗੂ ਕਰਤਾ, ਰਾਜ ਸਭਾ 'ਚ ਵੋਟਾਂ ਪਾਈਆਂ ਹੀ ਨਹੀਂ, ਕਾਨੂੰਨ ਲਾਗੂ ਕਰਤਾ। ਇਸ ਤਰ੍ਹਾਂ ਨਹੀਂ ਚੱਲਣਾ, ਲੋਕਾਂ ਦਾ ਹੀ ਰਾਜ ਚੱਲਣਾ ਹੈ। ਮੁੜ ਕੇ ਦੇਸ਼ ਦੇ ਵਿੱਚ ਇੱਕ ਡੈਮੋਕ੍ਰੈਟਿਕ ਸਿਸਟਮ ਸਹੀ ਤਰੀਕੇ ਨਾਲ ਚੱਲੇ, ਲੋਕਤੰਤਰ ਸਹੀ ਤਰੀਕੇ ਨਾਲ ਚੱਲੇ, ਉਹ ਹੋਇਆ। ਇਸ ਲਈ ਇਸ ਸੰਘਰਸ਼ ਦਾ ਇੱਕ ਮੈਮੋਰੀਅਲ ਪੰਜਾਬ ਦੇ ਵਿੱਚ ਬਣਾਵਾਂਗੇ ਔਰ ਵੱਡੇ ਪੱਧਰ ਦਾ ਬਣੇਗਾ। ਖੇਤੀ ਕਾਨੂੰਨ ਰੱਦ, ਹੁਣ ਕੀ ਹੋਵੇਗਾ ਅੰਦੋਲਨ ਦਾ ਰੁਖ? ਜਾਣੋ ਕਿਸਾਨ ਆਗੂਆਂ ਦਾ ਰਿਐਕਸ਼ਨ। ਕੇਂਦਰ ਦੀ ਮੋਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਨਾਲ ਸਾਰਿਆਂ ਦੇ ਮਨ ਵਿੱਚ ਇਹ ਸਵਾਲ ਪੈਦਾ ਹੋਣ ਲੱਗਾ ਹੈ ਕਿ ਹੁਣ ਕਿਸਾਨ ਅੰਦੋਲਨ ਖਤਮ ਹੋ ਜਾਵੇਗਾ। ਹਾਲਾਂਕਿ ਕਿਸਾਨ ਆਗੂ ਰਾਕੇਸ਼ ਟਕੈਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਅੰਦੋਲਨ ਤਤਕਾਲ ਵਾਪਸ ਨਹੀਂ ਹੋਵੇਗਾ। ਅਸੀਂ ਉਸ ਸਮੇਂ ਦਾ ਇੰਤਜ਼ਾਰ ਕਰਾਂਗੇ ਜਦੋਂ ਖੇਤੀ ਕਾਨੂੰਨ ਨੂੰ ਸੰਸਦ ਵਿੱਚ ਰੱਦ ਕੀਤਾ ਜਾਵੇਗਾ। ਆਓ ਜਾਣਦੇ ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ फैसले ਤੇ ਕਿਸਾਨ ਆਗੂਆਂ ਦੀ ਪ੍ਰਤੀਕਿਰਿया। सभी का धन्यवाद। हम आज हैं पालघर, ये पालघर है महाराष्ट्र में और ये पूरा आदिवासी क्षेत्र है। ये बिरसा मुंडा की धरती है पूर्ण रूप से। ये सब क्रांतिकारी लोग जो आदिवासी लोग हैं, और यहाँ से आप जाएंगे तो पालघर में पूरा जो चीकू की खेती होती है, जो धान की खेती होती है, हम उस बेल्ट में हैं। यहाँ पे भी सरकार बड़े अधिग्रहण कर रही है, बड़ी पॉलिसी सरकार लेकर आ रही है, उसके खिलाफ यहाँ पे आंदोलन है। और हम जो काका जी हैं इनके साथ में है, यहाँ के बड़े लीडर यहाँ के हैं, जो आदिवासियों के बड़े लीडर हैं, इन्होंने बड़े संघर्ष यहाँ पे किए। 1974 से लेकर आज तक ये आंदोलन यहाँ पे करते हुए आ रहे। रात इनके पास में ही हम वहाँ पे थे। और आज एक सबसे बड़ा सवाल है कि प्रधानमंत्री ने कहा कि 3 कानून हमने वापसी ले लिए। प्रधानमंत्री जी, 3 कानून नहीं, पहले आप इसको पार्लियामेंट में लेकर जाओ, वहां से इनको पास करवाओ। ये किसान बगैर सर पे टिकट लेकर नहीं जाएगा घर। और एमएसपी की गारंटी आप दो, क्योंकि हम जहां पे है यहाँ पे किसी किसान की एमएसपी पे कोई खरीद नहीं होती। एमएसपी का सवाल देश का सवाल है पूर्ण रूप से। और आम जनता को ज्यादा उत्साहित होने की जरूरत नहीं, अभी लाडू और मिठाई बांटने की जरूरत नहीं, ये संघर्ष अभी जारी रहेगा। आज हमारी संयुक्त मोर्चे की 9 मेंबरी कमेटी की मीटिंग है जो सिंगू बॉर्डर पे है, जो हमारा हेड ऑफिस है, उसमें पूर्ण रूप से फाइनल डिसीजन वे लेंगे, पूर्ण रूप से फैसला वहां पे होगा। तो आप सब चीज ध्यान लगा कर रखें। हम पालघर में हैं, आज यहाँ से रात को हम आएंगे और सुबह ही वहीं बॉर्डर पे जो गाजीपुर बॉर्डर है उस पर हम रहेंगे। और यहाँ का जो आदिवासी क्षेत्र हैं, हम इनकी भी बात कर लेते हैं। सब यहाँ पे है, जो काका जी हैं, यहाँ के बड़े सीनियर लीडर हमारे हैं, हम इनके साथ में हैं। और जो ये आप देखोगे, इन्होंने जो अपना एक आंदोलन का बनाया, इन्होंने बनाई भूमि सेना आदिवासी एकता परिषद। ये 2 संगठन यहाँ के हैं, इनके दोनों के मोर्चे पे आज हम जाएंगे। यहाँ का जो एक बड़ा मोर्चा निकल रहा है उसमें शामिल होंगे। और यहाँ की इन आदिवासियों की, क्योंकि जब भी संयुक्त मोर्चे की कॉल होती है तो ये पूर्ण रूप से उसको फॉलो करते हैं। यहाँ के लोग दिल्ली के बॉर्डर पे गए हैं, यहाँ का जितना भी यूथ है दिल्ली के बॉर्डर पे जाता है। और ये भूमि सेना अपनी भूमि को बचाती हैं। इनका नारा है कि अपना गांव अपनी सरकार। तो यहाँ पे इन्होंने अपनी सरकार अपने गांव में बनाई है, तो इनका धन्यवाद है सभी का। और जितने भी क्रांतिकारी साथी है सबका धन्यवाद है। और अभी कानून वापसी जब तक भारत सरकार पार्लियामेंट में नहीं लेकर आएगी, जब तक देश का किसान मानने वाला नहीं है, देश की महिलाएं मानने वाली नहीं है, देश का जो मजदूर है आदिवासी है वो मानने वाला नहीं है। तो इन सब का धन्यवाद है। जय हिंद, जय भारत, जय बिरसा मुंडे। ये बिरसा मुंडे की पूरी जमीन है, ये आदिवासी क्षेत्र का है। और बिरसा मुंडा एक यहाँ के क्रांतिकारी योद्धा जिन्होंने आदिवासी क्षेत्र में काम करा, उनके प्रोग्राम में हम यहाँ पे आए। और धन्यवाद है सभी योद्धाओं का धन्यवाद है। आज जो पहचान है आदिवासियों की, बिरसा मुंडे के आंदोलन से पहचान है और हम उनको पूर्ण रूप से सम्मान करते हैं। जय हिंद, जय भारत, जय आदिवासी समाज। धन्यवाद। सभी का धन्यवाद। हम आज हैं पालघर, ये पालघर है महाराष्ट्र में
और ये पूरा आदिवासी क्षेत्र है, ये बिरसा मुंडा की धरती है पूर्ण रूप से। ये सब क्रांतिकारी लोग जो आदिवासी लोग हैं, और यहाँ से आप जाएंगे तो पालघर में पूरा जो चीकू की खेती होती है, जो धान की खेती होती है, हम उस बेल्ट में हैं। यहाँ पे भी सरकार बड़े अधिग्रहण कर रही है, बड़ी पॉलिसी सरकार लेकर आ रही है, उसके खिलाफ यहाँ पे आंदोलन है। और हम जो काका जी हैं इनके साथ में है, ये यहाँ के बड़े लीडर यहाँ के हैं, जो आदिवासियों के बड़े लीडर हैं, इन्होंने बड़े संघर्ष यहाँ पे किए। 1974 से लेकर आज तक ये आंदोलन यहाँ पे करते हुए आ रहे। रात इनके पास में हम वहाँ पे थे। और आज एक सबसे बड़ा सवाल है कि प्रधानमंत्री ने कहा कि 3 कानून हमने वापसी ले लिए। प्रधानमंत्री जी, 3 कानून नहीं, पहले आप इसको पार्लियामेंट में लेकर जाओ, वहां से इनको पास करवाओ। ये किसान बगैर सर पे टिकट लेकर नहीं जाएगा घर। और एमएसपी की गारंटी आप दो, क्योंकि हम जहां पे है यहाँ पे किसी किसान की एमएसपी पे कोई खरीद नहीं होती। एमएसपी का सवाल देश का सवाल है पूर्ण रूप से। और आम जनता को ज्यादा उत्साहित होने की जरूरत नहीं, अभी लाडू और मिठाई बांटने की जरूरत नहीं, ये संघर्ष अभी जारी रहेगा। आज हमारी संयुक्त मोर्चे की 9 मेंबरी कमेटी की मीटिंग है, जो सिंगू बॉर्डर पे है, जो हमारा हेड ऑफिस है, उसमें पूर्ण रूप से फाइनल डिसीजन वे लेंगे, पूर्ण रूप से फैसला वहां पे होगा। तो आप सब चीज ध्यान लगा के रखें। हम पालघर में हैं, आज यहाँ से रात को हम आएंगे और सुबह ही वहीं बॉर्डर पे जो गाजीपुर बॉर्डर है उस पर हम रहेंगे। और यहाँ का जो आदिवासी क्षेत्र हैं, हम इनकी भी बात कर लेते हैं। सब यहाँ पे है, जो काका जी हैं, यहाँ के बड़े सीनियर लीडर हमारे हैं, हम इनके साथ में हैं। और जो ये आप देखोगे, इन्होंने जो अपना एक आंदोलन का बनाया, इन्होंने बनाई भूमि सेना आदिवासी एकता परिषद। ये 2 संगठन यहाँ के हैं, इनके दोनों के मोर्चे पे आज हम जाएंगे। यहाँ का जो एक बड़ा मोर्चा निकल रहा है उसमें शामिल होंगे। और यहाँ की इन आदिवासियों की, क्योंकि जब भी संयुक्त मोर्चे की कॉल होती है तो ये पूर्ण रूप से उसको फॉलो करते हैं। यहाँ के लोग दिल्ली के बॉर्डर पे गए हैं, यहाँ का जितना भी यूथ है दिल्ली के बॉर्डर पे जाता है। और ये भूमि सेना अपनी भूमि को बचाती हैं। इनका नारा है कि अपना गांव अपनी सरकार। तो यहाँ पे इन्होंने अपनी सरकार अपने गांव में बनाई है, तो इनका धन्यवाद है सभी का। और जितने भी क्रांतिकारी साथी है सबका धन्यवाद है। और अभी कानून वापसी जब तक भारत सरकार पार्लियामेंट में नहीं लेकर आएगी, जब तक देश का किसान मानने वाला नहीं है, देश की महिलाएं मानने वाली नहीं है, देश का जो मजदूर है आदिवासी है वो मानने वाला नहीं है। तो इन सब का धन्यवाद है। जय हिंद, जय भारत, जय बिरसा मुंडे। बिरसा मुंडे की पूरी जमीन है, ये आदिवासी क्षेत्र का है। और बिरसा मुंडा एक यहाँ के क्रांतिकारी योद्धा जिन्होंने आदिवासी क्षेत्र में काम करा, उनके प्रोग्राम में हम यहाँ पे आए। और धन्यवाद है सभी योद्धाओं का धन्यवाद है। आज जो पहचान है आदिवासियों की, बिरसा मुंडे के आंदोलन से पहचान है, और हम उनको पूर्ण रूप से सम्मान करते हैं। जय हिंद, जय भारत, जय आदिवासी समाज। धन्यवाद सभी का धन्यवाद। हम आज हैं पालघर, ये पालघर है महाराष्ट्र में। ਕਿਸਾਨ ਜਥੇਬੰਦੀਆਂ ਦੀ ਬੈਠਕ ਟਲੀ। ਹੁਣ 22 ਨਵੰਬਰ ਨੂੰ ਹੋਵੇਗੀ ਅਗਲੀ ਮੀਟਿੰਗ। ਐਮਐਸਪੀ ਸਣੇ ਕਈ ਮੁੱਦਿਆਂ ਤੇ ਹੋਵੇਗੀ ਚਰਚਾ। ਖੇਤੀ ਕਾਨੂੰਨ ਰੱਦ ਹੋਣ ਦੇ ਫੈਸਲੇ ਤੋਂ ਬਾਅਦ 32 ਕਿਸਾਨ ਜਥੇਬੰਦੀਆਂ ਵੱਲੋਂ ਅਗਲੀ ਰਣਨੀਤੀ ਨੂੰ ਲੈ ਕੇ ਅੱਜ ਸਿੰਘੂ ਬਾਰਡਰ ਤੇ ਮੀਟਿੰਗ ਬੁਲਾਈ ਗਈ ਸੀ, ਜੋ ਕਿ ਟਲ ਗਈ ਹੈ। ਮੀਟਿੰਗ ਹੁਣ ਐਤਵਾਰ 22 ਨਵੰਬਰ ਨੂੰ ਦੁਪਹਿਰ 2 ਵਜੇ ਹੋਵੇਗੀ। ਮੀਟਿੰਗ ਤੋਂ ਬਾਅਦ ਕਿਸਾਨ ਸੰਗਠਨ ਪ੍ਰੈਸ ਬਿਆਨ ਜਾਰੀ ਕਰਨਗੇ। ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਜਾਵੇ, ਇਸ ਬਾਰੇ ਚਰਚਾ ਕੀਤੀ ਜਾਵੇਗੀ। ਸੰਯੁਕਤ ਕਿਸਾਨ ਮੋਰਚਾ ਵੱਲੋਂ ਸੰਸਦ ਤੱਕ ਟਰੈਕਟਰ ਮਾਰਚ ਦੀ ਕਾਲ ਉੱਤੇ ਵੀ ਵਿਚਾਰ ਕੀਤਾ ਜਾਵੇਗਾ। ਬੈਠਕ ਵਿੱਚ ਐਮਐਸਪੀ ਨੂੰ ਬਿੱਲ ਵਜੋਂ ਲਿਆਉਣ ਅਤੇ ਬਿਜਲੀ ਸੋਧ ਨੂੰ ਬਿੱਲ ਖਤਮ ਕਰਨ ਦੀ ਮੰਗ ਨੂੰ ਲੈ ਕੇ ਵੀ ਚਰਚਾ ਕੀਤੀ ਜਾਵੇਗੀ। ਉਹਨਾਂ ਕਿਹਾ ਹੈ ਕਿ ਅਸੀਂ ਘੱਟੋ ਘੱਟ ਸਮਰਥਨ ਮੁੱਲ ਅਤੇ ਕਿਸਾਨਾਂ ਵਿਰੁੱਧ ਦਰਜ ਕੇਸਾਂ ਅਤੇ ਮ੍ਰਿਤਕ ਕਿਸਾਨਾਂ ਦੇ ਰਿਸ਼ਤੇਦਾਰਾਂ ਲਈ ਕੇਂਦਰ ਸਰਕਾਰ ਨੂੰ ਮੁਆਵਜ਼ੇ ਬਾਰੇ ਵੀ ਚਰਚਾ ਕਰਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਹੀ ਉਹਨਾਂ ਦੀਆਂ ਹੋਰ ਮੰਗਾਂ ਸਨ, ਜਿਨ੍ਹਾਂ ਵਿੱਚ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨ ਵਜੋਂ ਲਿਆਉਣਾ ਅਤੇ ਬਿਜਲੀ ਸੋਧ ਕਾਨੂੰਨ ਨੂੰ ਰੱਦ ਕਰਨਾ ਸ਼ਾਮਿਲ ਹੈ। ਜਦੋਂ ਤੱਕ ਇਹ ਦੋਵੇਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਕਿਸਾਨ ਆਗੂਆਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਤੇ ਭਰੋਸਾ नहीं है, इसलिए वो दिल्ली ਦੀਆਂ ਸਰਹੱਦਾਂ ਤੋਂ ਉਦੋਂ ਤੱਕ ਨਹੀਂ ਹਟਣਗੇ ਜਦੋਂ ਤੱਕ ਇਸ ਬਿੱਲ ਨੂੰ ਸੰਸਦ ਵਿੱਚ ਰੱਦ ਨਹੀਂ ਕੀਤਾ ਜਾਵੇਗਾ।
ਕਾਨੂੰਨ ਰੱਦ ਹੋਣ ਤੋਂ ਮਗਰੋਂ ਕਨਵਰ ਗਰੇਵਾਲ ਪਹੁੰਚਿਆ ਸਿੱਧੂ ਬਾਰਡਰ। ਖੇਤੀ ਕਾਨੂੰਨ ਰੱਦ ਹੋਣ ਦੇ ਫੈਸਲੇ ਤੋਂ ਬਾਅਦ ਕਨਵਰ ਗਰੇਵਾਲ ਨੇ ਸਟੇਜ ਨੂੰ ਸੰਬੋਧਨ ਕਰਦਿਆਂ ਦਿੱਤੀ ਸਪੀਚ। बस खुशी ਤੁਹਾਨੂੰ ਸਭ ਨੂੰ ਦੇਖ ਕੇ ਹੁੰਦੀ ਹੈ, ਇਹਨਾਂ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨੂੰ ਔਰ ਹੋਰ ਜਿੰਨੇ ਵੀ ਕਰਮਚਾਰੀ ਭਰਾ ਸਾਡੇ ਇਹਨਾਂ ਜਥੇਬੰਦੀਆਂ 'ਚ ਹੁਣ ਤੱਕ ਕੱਲਿਆਂ ਦਾ ਬਣਾਈਆਂ ਜਿੱਤੇ ਬਹੁਤ ਟਾਈਮ ਹੋ ਗਿਆ ਮਿਲਦਿਆਂ ਨੂੰ। ਇਹਨਾਂ ਮਾਵਾਂ ਨੂੰ, ਇੱਥੇ ਸਾਡੀ ਮਾਂ ਬੈਠੀ ਹੈ ਕੌਲੀ ਤੋਂ ਹੈ, ਇਹਨਾਂ ਮਾਵਾਂ ਦੇ ਚਿਹਰਿਆਂ ਨੂੰ ਦੇਖ ਕੇ ਹੁਣ ਤਾਂ ਬਸ ਇਹਨਾਂ ਦਾ ਹੀ ਧੰਨਵਾਦ ਆ ਸਾਰਿਆਂ ਦਾ। ਮੈਂ ਹਮੇਸ਼ਾ ਬੋਲਦਾ ਹੁੰਦਾ ਕਿ ਮਾਂ ਉਦੋਂ ਦੀ ਬੈਠੀ ਹੈ ਜਦੋਂ ਦਾ ਪੁੱਤ ਚਲਾ ਗਿਆ ਸੀ ਕਰੋਨਾ ਦੇ ਦਿਨਾਂ 'ਚ, ਤੇ ਉਦੋਂ ਦੀ ਨਹੀਂ ਗਈ ਹੈ। ਔਰ ਇਸ ਮਾਂ ਵਰਗੀਆਂ ਹੋਰ ਅਨੇਕਾਂ ਹੀ ਮਾਵਾਂ ਬੈਠੀਆਂ, ਇੱਧਰ ਵੀ ਬੈਠੀਆਂ, ਉਧਰ ਟਿਕਰੀ ਬਾਰਡਰ ਤੇ ਵੀ ਬੈਠੀਆਂ, ਬੜੇ ਬਜ਼ੁਰਗ ਬੈਠੇ ਆ ਜੀ, ਬੜੇ ਮੇਰੇ ਭਰਾ ਬੈਠੇ ਆ, ਮੇਰੀਆਂ ਭੈਣਾਂ, ਔਰ ਇਵਨ ਕਿ ਛੋਟੇ ਛੋਟੇ ਨਿਆਣੇ ਵੀ ਬੈਠੇ ਜਿਹੜੇ ਨਹੀਂ ਗਏ। ਸੱਚ ਬੜੇ ਸੱਜਣਾ ਨੇ ਆਖਿਆ ਯਾਰ ਕਿ ਕਮਰ ਬਹੁਤ ਵਧਾਈਆਂ ਤੈਨੂੰ ਯਾਰ, ਤੇਰਾ ਬਹੁਤ ਯੋਗਦਾਨ। ਬਾਹਰ ਨਹੀਂ ਭਰਾਵਾ, ਅਸੀਂ ਬਹੁਤ ਪਾਉਂਦੇ ਆ, ਸਾਡੀ ਤਾਂ ਬਹੁਤ ਥੋੜੀ ਹੈ। ਆ ਜਿਹੜੇ ਚਿਹਰੇ ਬੈਠੇ ਆ, ਜਥੇਬੰਦੀਆਂ ਬੈਠੀਆਂ, ਸੋ ਇਹਨਾਂ ਨੂੰ ਜਾਂਦਾ ਹੈ ਸਾਰਾ ਸਿਹਰਾ। ਕਿ ਜਿਹੜੇ ਕਹਿੰਦੇ ਨੇ ਨਾ ਕਿ ਤਜਰਬੇ ਰੂਪੀ ਜਿਹੜੇ ਮਣਕੇ ਹੈ, ਤਜਰਬੇ ਰੂਪੀ ਮਣਕੇ ਹੈ ਇਹਨਾਂ ਆਗੂਆਂ ਦੇ, ਇਹਨਾਂ ਨੇ ਸਬਰ ਤੇ ਸਿੱਖ ਦੇ ਧਾਗੇ 'ਚ ਉਹ ਬਿੰਨ ਕੇ ਤੇ ਐਸੇ ਪਰੋਏ ਕੇ ਅੰਦੋਲਨ 'ਚੋਂ ਨਾਨਕ ਦਾ ਸਿਮਰਨਾ ਚੱਲ ਪਿਆ ਸੀ। ਸੋ ਬਹੁਤ ਮੁਬਾਰਕ ਤੁਹਾਨੂੰ ਸਾਰਿਆਂ ਨੂੰ, ਸਾਰੇ ਆਗੂ ਸਾਹਿਬਾਨਾਂ ਨੂੰ, ਸਾਰੇ ਸਾਡੇ ਦਾਦਿਆਂ ਪੜਦਾਦਿਆਂ ਨੂੰ, ਸਾਡੀਆਂ ਦਾਦੀਆਂ ਨੂੰ, ਮੇਰੀਆਂ ਮਾਵਾਂ ਨੂੰ, ਭੈਣਾਂ ਨੂੰ ਮੇਰੀਆਂ ਨੂੰ, ਔਰ ਸਾਰੇ ਭਰਾਵਾਂ ਨੂੰ, ਔਰ ਸਾਰੇ ਮੀਡੀਆ ਨੂੰ, ਔਰ ਜਿਹੜੇ ਸਾਡੇ ਬਾਹਰਲੇ ਮੁਲਕਾਂ ਦੇ ਵਿੱਚ ਪਰਿਵਾਰ ਬੈਠੇ ਹੈ, ਸਾਰੇ ਮੁਲਕਾਂ 'ਚ ਬੈਠੇ ਹੈ, ਉਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ। ਉਹਨਾਂ ਦੀਆਂ ਦੁਆਵਾਂ ਫਿਜ਼ੀਕਲੀ ਭਾਵੇਂ ਸਰੀਰਕ ਰੂਪ 'ਚ ਬਹੁਤ ਆਏ ਵੀ ਹੈ ਤੇ ਬਹੁਤ ਨਹੀਂ ਵੀ ਜਿਨ੍ਹਾਂ ਤੋਂ ਆਇਆ ਗਿਆ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਅੱਜ ਉਹ ਗੀਤ ਗਾਈਏ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਕਰਤਾਰਪੁਰ ਸਾਹਿਬ ਤੋਂ ਪਰਤੇ ਨਵਜੋਤ ਸਿੰਘ ਸਿੱਧੂ ਨੇ ਲਾਈਵ ਹੋ ਕੇ ਇਮਰਾਨ ਖਾਨ ਦੀ ਦੋਸਤੀ ਤੇ ਸਵਾਲ ਚੱਕਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ। ਜੇ ਸਤਿਗੁਰ ਨਦਰ ਅੱਜ ਉਹਦੀ ਸਵੱਲੀ ਨਜ਼ਰ ਹੋਈ ਹੈ ਤੇ ਹਵਾਵਾਂ 'ਚ ਖੁਸ਼ੀਆਂ ਨੇ, ਦੀਵਾਨਗੀ ਦੀ ਖੁਸ਼ੀ ਹੈ। ਕਿਉਂ? ਇੱਕ ਲਾਂਘਾ ਖੁੱਲਾ, ਲਾਂਘੇ ਦੇ ਨਾਲ ਅਸੰਖ ਸੰਭਾਵਨਾਵਾਂ ਖੁੱਲਣਗੀਆਂ। ਤੇ ਜੇ ਮੈਨੂੰ ਚੰਗੇ ਭਾਗ ਦਿੱਤੇ ਪ੍ਰਮਾਤਮਾ ਨੇ ਤੇ ਮੈਂ ਉੱਥੇ ਜਾ ਕੇ ਅਸਲ ਪੰਜਾਬ ਦੀ ਜਿਹੜੀ ਤਰੱਕੀ ਦੀ ਰਾਹ ਹੈ ਉਹਦੇ ਬਾਰੇ ਗੱਲ ਜ਼ਰੂਰ ਕਰਾਂਗਾ। ਲੇਕਿਨ ਅੱਜ ਜੇ ਧੰਨਵਾਦ ਨਾ ਕਰੀਏ ਕਿ ਭਾਈ ਸਵੇਰ ਦਾ ਭੁੱਲਿਆ ਜੇ ਸ਼ਾਮੀ ਘਰੇ ਵਾਪਸ ਆ ਜੇ, ਔਰ ਬਾਬੇ ਦੇ ਜਨਮ ਦਿਹਾੜੇ ਦੇ ਉੱਤੇ ਉਹ ਆਪਣੀ ਗਲਤੀ ਦਾ ਇਸਤਕਬਾਲ ਕਰ ਲਵੇ ਤੇ ਫਿਰ ਪੰਜਾਬ ਮਾਫ ਕਰੇ, ਕਿਉਂਕਿ ਇੱਕ ਨਵਾਂ ਅਧਿਆਇ ਸ਼ੁਰੂ ਹੋਣ ਵਾਲਾ ਹੈ। ਇਸ ਜਿੱਤ ਦਾ ਸ਼੍ਰੇ ਕੋਈ ਲੈਣ ਦੀ ਕੋਸ਼ਿਸ਼ ਹੀ ਨਾ ਕਰੇ, ਕਿਉਂਕਿ ਇਹ ਜਿੱਤ ਦਾ ਸਾਰਾ ਸ਼੍ਰੇ ਸੰਯੁਕਤ ਕਿਸਾਨ ਮੋਰਚੇ ਦੇ ਸੱਤਿਆਗ੍ਰਹਿ ਨੂੰ। ਸੱਚ ਦੀ ਰਾਹ ਸੀ, ਲੱਖ ਕੋਸ਼ਿਸ਼ ਕੀਤੀ ਬਦਨਾਮੀ ਕਰਨ ਦੀ, ਅੜੇ ਰਹੇ, ਖੜੇ ਰਹੇ, ਹੱਕ ਸੱਚ ਤੇ ਪਹਿਰਾ ਦਿੱਤਾ, ਜਿੱਤ ਹੋਈ। ਕਿਉਂਕਿ ਜਦੋਂ ਧਰਮ ਦੀ ਰਾਹ ਤੇ ਕੋਈ ਤੁਰਦਾ ਨਾ, ਧਰਮ ਯੁੱਧ ਮਿਟਦਾ, ਯਥਾ ਧਰਮਾ ਤਥਾ ਵਿਜਿਆ, ਫਿਰ ਉਹਨੂੰ ਕੋਈ ਹਰਾ ਨਹੀਂ ਸਕਦਾ। ਔਰ ਇਹੀ ਧਰਮ ਸੀ ਕਿ ਅਸੀਂ ਬਾਬੇ ਨਾਨਕ ਦਾ ਜਿਹੜਾ ਕਿੱਤਾ, ਇਹ ਬਾਬਾ ਜੀ ਲੜ ਲਾ ਕੇ ਗਏ ਸੀ, ਉੱਤਮ ਖੇਤੀ। ਇਹ 17 ਸਾਲ ਉਹਨਾਂ ਨੇ ਆਪ ਖੇਤੀ ਕੀਤੀ, ਸਾਨੂੰ ਕਿਰਤ ਸੱਭਿਆਚਾਰ ਦੇ ਲੜ ਲਾਇਆ। ਇਹ ਦੁਨੀਆ ਦਾ ਸਭ ਤੋਂ ਵੱਡਾ ਸੱਭਿਆਚਾਰ ਹੈ, ਵਰਕ ਕਲਚਰ। ਇਹ ਉਹਨਾਂ ਦੀਆਂ ਹੀ ਅੱਜ ਸਵੱਲੀਆਂ ਨਜ਼ਰਾਂ ਨੇ ਕਿ ਕਿੰਨੀਆਂ ਖੁਸ਼ੀਆਂ ਅੱਜ ਪੰਜਾਬ ਦੇ ਲੋਕਾਂ ਨੂੰ ਮਿਲੀਆਂ ਨੇ। ਖਾਸ ਤੌਰ ਤੇ 650 ਸ਼ਹਾਦਤਾਂ ਦੇਣ ਵਾਲੇ, 650 ਸ਼ਹਾਦਤਾਂ ਦੇਣ ਵਾਲੇ ਸੰਯੁਕਤ ਕਿਸਾਨ ਮੋਰਚੇ ਦੇ ਅਣਥੱਕ ਪ੍ਰਯਾਸਾਂ ਨੂੰ ਬੂਰ ਪਿਆ। ਜ਼ੁਲਮ ਕਰਨਾ ਪਾਪ, ਜ਼ੁਲਮ ਦੇ ਖਿਲਾਫ ਖੜਨਾ ਉਦੋਂ ਵੱਡਾ ਕਰਮ, ਸਹਿਣਾ ਵੀ ਪਾਪ।
ਉਹਨਾਂ ਇੱਕ ਐਸਾ ਸਮਾਜਿਕ ਸੋਸ਼ਲ ਮੂਵਮੈਂਟ ਸਿਰਜੀ ਕਿ ਜਿਹੜੀ ਅਸੀਂ ਗੱਲ ਕਰਦੇ ਹਾਂ, ਬਾਬਾ ਜੀ ਕਹਿੰਦੇ ਆ ਆਪਸੀ ਭਾਈਚਾਰਾ, ਅੰਬੇਡਕਰ ਸਾਹਿਬ ਕਹਿੰਦੇ ਆ ਫਰੈਟਰਨਿਟੀ, ਅਨੇਕਾਂ 'ਚ ਏਕਤਾ, ਅੱਡ ਅੱਡ ਭਾਸ਼ਾਵਾਂ, ਅੱਡ ਅੱਡ ਕਲਚਰ, ਅੱਡ ਅੱਡ ਸੱਭਿਆਚਾਰ, ਲੇਕਿਨ ਉਹਨਾਂ ਦੇ ਵਿੱਚ ਏਕਾ, ਇਹ ਸੰਯੁਕਤ ਕਿਸਾਨ ਮੋਰਚੇ ਨੇ ਸਿਰਜਿਆ ਔਰ ਸਾਰੇ ਇੱਕ ਮੁਸ਼ਤ ਹੋ ਕੇ ਇਸ ਲੜਾਈ ਨੂੰ ਲੜਦੇ ਰਹੇ। ਪੰਜਾਬ ਸਰਕਾਰ ਹੋਵੇ ਭਾਵੇਂ ਹੋਰ ਸਰਕਾਰਾਂ ਹੋਣ, ਹਰੇਕ ਨੇ ਉਹਨਾਂ ਦਾ ਸਹਿਯੋਗ ਕੀਤਾ ਕਿਉਂਕਿ ਇਹ 60% ਆਬਾਦੀ ਹੈ ਔਰ ਇੱਜ਼ਤ ਦੀ ਰੋਟੀ ਲਈ ਲੜਦੀ ਸੀ। ਇਹ ਗੱਲ ਜ਼ਿਹਨ 'ਚ ਹੋਣੀ ਚਾਹੀਦੀ ਹੈ ਕਿ ਭਾਈ ਲਾਗਤਾਂ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ, ਆਮਦਨ ਘਟ ਰਹੀ ਹੈ, ਪ੍ਰੋਡਕਟਿਵਿਟੀ ਘਟ ਰਹੀ ਹੈ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਅੱਜ ਦੀ ਡੇਟ ਦੇ ਵਿੱਚ ਕਿ ਅਸੀਂ ਇੱਕ ਰੋਡ ਮੈਪ ਦੇਈਏ ਕਿਸਾਨੀ ਨੂੰ ਉਸਾਰਨ ਦਾ, ਕਿਸਾਨੀ ਨੂੰ ਖੜਾ ਕਰਨ ਦਾ, ਇੱਕ ਪ੍ਰੋਡਕਟਿਵਿਟੀ ਦਾ ਰੋਡ ਮੈਪ ਦੇਈਏ ਔਰ ਉਸੇ ਦੇ ਉੱਤੇ ਕਿਸਾਨੀ 25 ਸਾਲਾਂ ਦੇ ਵਿੱਚ ਜਿਹੜੀ ਹੌਲੀ ਨੀਵੀਂ ਗਈ ਹੈ ਉਹਨੂੰ ਦੁਬਾਰਾ ਆਪਣੇ ਸਿਰ ਦਾ ਤਾਜ ਬਣਾਈਏ ਕਿਉਂਕਿ ਅਸਲੀ ਚੈਲੰਜ ਹੁਣ ਸ਼ੁਰੂ ਹੋਣੇ। ਜਦੋਂ ਘਰੇ ਭਰਤ ਕੇ ਆਉਣੇ ਆ ਕਿਸਾਨ ਭਰਾ, ਜਿੱਤ ਹਾਸਲ ਕਰਕੇ ਆਉਣੇ ਆ, ਉਹਨੂੰ ਤਾਂ ਹਰਾ ਹੀ ਨਹੀਂ ਸਕਿਆ ਕੋਈ ਅੱਜ ਤੱਕ। ਪਗੜੀ ਸੰਭਾਲ ਜੱਟਾ ਮੂਵਮੈਂਟ ਵੀ ਇਹੀ ਜਿਹੀ ਸੀ, ਏਕਾ ਕਰਤਾ ਸੀ ਪੂਰੇ ਦੇਸ਼ 'ਚ। ਤੇ ਅਸਲੀ ਚੈਲੰਜ ਉਦੋਂ ਸ਼ੁਰੂ ਹੋਣਾ ਹੈ ਕਿਉਂ ਅਸੀਂ ਪਿਛਲੇ ਸਾਲ ਜੂਨ ਤੇ ਜਾ ਕੇ ਖੜੇ ਹੋ ਜਾਾਂਗੇ, ਪਿਛਲੇ ਤੋਂ ਪਿਛਲੇ ਸਾਲ ਖੁਦਕੁਸ਼ੀਆਂ ਵੀ ਹੁੰਦੀਆਂ ਨੇ। ਕਿਸਾਨੀ ਨੂੰ ਖੜਾ ਕਰਨ ਦੇ ਲਈ ਇੱਕ ਵੱਡਾ ਪਲਾਨ ਅੱਜ ਸਾਨੂੰ ਚਾਹੀਦਾ ਹੈ। ਦੂਜੀ ਗੱਲ ਜਿਹੜੀ ਮੈਂ ਕਰਨੀ ਅੱਜ ਬਾਬੇ ਦੇ ਜਨਮ ਦਿਹਾੜੇ ਤੇ, ਜਿਹਨੂੰ ਮੈਂ ਅੱਜ ਨਹੀਂ ਬਾਰ-ਬਾਰ ਦੁਹਰਾਉਣਾ ਕਿਉਂਕਿ ਜਦੋਂ ਵਾਹਿਗੁਰੂ ਦਾ ਨਾਮ ਬਾਰ-ਬਾਰ ਲੈਂਦੇ ਆ ਉਹ ਹੋਰ ਰੰਗ ਲਿਆਉਂਦਾ। ਬਾਬੇ ਦਾ ਫਲਸਫਾ ਹੀ ਪੰਜਾਬ ਨੂੰ ਇਸ ਕਰਜ਼ੇ ਦੇ ਦਲਦਲ ਚੋਂ ਕੱਢੂ। ਬਾਬੇ ਦਾ ਫਲਸਫਾ ਹੀ ਪੰਜਾਬ ਨੂੰ ਦੁਬਾਰਾ ਪ੍ਰਗਤੀ ਔਰ ਸਮਰਿੱਧੀ ਦੀ ਰਾਹ ਦੇ ਵੱਲ ਲਿਜਾਊ। ਅਸੀਂ ਬਾਬੇ ਨੂੰ ਤਾਂ ਮੰਨਦੇ ਹਾਂ ਲੇਕਿਨ ਬਾਬੇ ਦੀਆਂ ਕਈਆਂ ਗੱਲਾਂ ਨਹੀਂ ਮੰਨਦੇ। ਕਿੱਥੇ ਵੰਡਦਾ ਉਹ ਧਰਮਾਂ 'ਚ, ਉਹ ਤੇ ਕਹਿੰਦਾ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਪਾਓ। ਪਹਿਲੀ ਪਾਤਸ਼ਾਹੀ ਔਰ ਦਸਮ ਪਾਤਸ਼ਾਹੀ 'ਚ ਕੋਈ ਫਰਕ ਨਹੀਂ ਹੈ, ਤੁਸੀਂ ਉਹਨਾਂ ਨੂੰ ਜੋੜ ਕੇ ਦੇਖੋ, ਉਹ ਸਭ ਇੱਕ ਨੇ। ਇਸ ਕਰਕੇ ਅਸੀਂ ਆਪਣੇ ਮੂਲ ਨੂੰ ਸਿਰਜਣਾ, ਸੀਂਚਣਾ ਇਜ਼ ਦੀ ਰਾਈਟ ਵਰਡ। ਉਹ ਸਾਡੀ ਜੜ ਹੈ। ਮੂਲ ਮੰਤਰ ਵੀ ਉਹਨਾਂ ਦਾ ਹੀ ਦਿੱਤਾ ਹੋਇਆ ਇੱਥੇ ਬਈ ਦੇ ਕੋਲ। ਮੈਂ ਕਿਉਂ ਇੱਥੇ ਆਇਆ, ਇਸੇ ਕਰਕੇ ਆਇਆ। ਜਿਹਨੇ ਜੜ ਨੂੰ ਸੀਂਚਿਆ ਉਹਨੇ ਫਲਾਂ ਤੱਕ ਪਾਣੀ ਪਹੁੰਚਾਇਆ, ਤੇ ਜਿਹਨੇ ਉੱਤੇ ਪਾਣੀ ਦਿੱਤਾ ਜੜ ਸੁੱਕ ਗਈ ਤੇ ਸਭ ਕੁਝ ਗਿਆ। ਬਾਬੇ ਨਾਨਕ ਦਾ ਫਲਸਫਾ ਸਰਬੱਤ ਦਾ ਭਲਾ। ਕਿੱਥੇ ਹੋਇਆ ਸਰਬੱਤ ਦਾ ਭਲਾ ਭਾਈ? ਪੰਜਾਬ 'ਚ 1% ਲੋਕਾਂ ਦਾ ਹੋਇਆ। ਲੋਕਾਂ ਦੇ ਟੈਕਸਾਂ ਦੀ ਤਾਕਤ 1% ਲੋਕਾਂ ਕੋਲ। ਪੰਜਾਬ ਦੇ ਜਿਹੜੇ ਨੈਚੁਰਲ ਰਿਸੋਰਸਿਸ, ਸਾਡੇ ਖਣਿਜ, ਸਾਡਾ ਰੇਤਾ, ਹਾਂਜੀ, ਭਾਵੇਂ ਐਕਸਾਈਜ਼ ਹੈ, ਉਹ ਭਾਵੇਂ ਕੇਬਲ ਹੈ, ਭਾਵੇਂ ਜ਼ਮੀਨਾਂ ਨੇ, ਇਹ ਖਜ਼ਾਨੇ 'ਚ ਹੋਣੇ ਚਾਹੀਦੇ ਆ। ਨਾ ਸਿਰਫ ਕਿ 1% ਬੰਦਿਆਂ ਦਾ ਭਲਾ ਕਰਨ ਲਈ ਹੋਣੇ ਚਾਹੀਦੇ ਆ। 99% ਵਾਂਝੇ ਰਹਿ ਗਏ। ਤੇ ਜਿੱਦਣ ਉਹਨਾਂ 99% ਕੋਲ ਟੈਕਸਾਂ ਦੀ ਤਾਕਤ ਦੁੱਗਣੀ ਤਿੱਗਣੀ ਚੌਗਣੀ ਹੋ ਕੇ ਜਾਊਗੀ ਤੇ ਉਦੋਂ ਮੰਨੂ ਵੀ ਹਾਂ ਪੰਜਾਬ ਦਾ ਭਲਾ ਹੋਇਆ। ਇਹ ਆਪਸੀ ਭਾਈਚਾਰੇ ਦਾ ਸੰਦੇਸ਼, ਹੱਕ ਹਲਾਲ ਦਾ ਸੰਦੇਸ਼, ਸਭ ਤੋਂ ਵੱਡੀ ਗੱਲ ਹੱਕ ਹਲਾਲ ਦਾ ਸੰਦੇਸ਼। ਜਿੱਥੇ ਭਾਈ ਲਾਲੋ ਦੀ ਰੋਟੀ 'ਚੋਂ ਦੁੱਧ ਨਿਕਲਿਆ, ਮਲਕ ਭਾਗੋ ਵੀ ਜੇ ਹੈਣ, ਇਹ ਤਾਂ ਕੋਈ ਇਹ ਨਹੀਂ ਹੈ ਵੀ ਸੱਟ ਦੇਣੇ ਆ ਭਾਈ, ਪਾਪੀ ਨਹੀਂ ਮਾਰਨੇ, ਉਹਨਾਂ ਦਾ ਪਾਪ ਮਾਰਨਾ। ਸੋਚ ਬਦਲਣੀ ਹੈ। ਜੇ ਦਸ਼ਾ ਬਦਲੂਗੀ ਤਾਂ ਦਿਸ਼ਾ ਦੇ ਕੇ ਹੀ ਬਦਲੂ ਨਾ। ਸ੍ਰਿਸ਼ਟੀ ਬਦਲੂਗੀ ਤਾਂ ਦ੍ਰਿਸ਼ਟੀ ਬਦਲ ਕੇ ਹੀ ਬਦਲੂ ਨਾ। ਲੋਕ ਬਦਲਣਗੇ ਤਾਂ ਸੋਚ ਬਦਲ ਕੇ ਹੀ ਬਦਲਾਂਗੇ ਨਾ। ਕਿਹਦੀ ਸੋਚ ਚਾਹੀਦੀ ਹੈ? ਬਾਬੇ ਦੇ ਫਲਸਫੇ ਦੀ ਸੋਚ ਚਾਹੀਦੀ ਹੈ। ਹੱਕ ਹਲਾਲ ਦੀ ਕਮਾਈ ਜਿਹੜੀ 100 ਵਾਰ ਫੜੇ। ਔਰ ਸਭ ਤੋਂ ਉੱਪਰਲੀ ਗੱਲ, ਜਿਹੜੇ ਖਾਤਰ ਤੁਹਾਨੂੰ ਮੈਂ ਇੱਥੇ ਬੁਲਾਇਆ, ਇੱਥੇ ਬੈਠ ਕੇ ਅੰਦਰ ਉਹ ਇਤਿਹਾਸਿਕ ਪੱਥਰ ਪਏ ਨੇ, ਮੇਰੇ ਲਈ ਤਾਂ ਸੋਨੇ ਦੀਆਂ ਗਿਣੀਆਂ ਨਾਲੋਂ ਕਿਤੇ
ਬਿਹਤਰ ਨੇ, ਕਿਉਂਕਿ ਉਹਨਾਂ ਦਾ ਜਿਹੜਾ ਫਲਸਫਾ ਹੈ, ਉਹਨਾਂ ਦਾ ਜਿਹੜਾ ਸੰਦੇਸ਼ ਹੈ, ਉਹ ਅੱਜ ਸਾਨੂੰ ਬੱਚੇ ਬੱਚੇ ਤੱਕ ਲਿਜਾਣਾ ਪਊ। ਤੇਰਾ 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 ਹੋ ਕੀ ਰਿਹਾ ਕਿ ਰਾਜਨੀਤੀ ਧੰਦਾ ਬਣ ਚੁੱਕੀ ਹੈ। ਹਰ ਬੰਦਾ ਕਹਿੰਦਾ ਮੇਰਾ ਮੇਰਾ ਘਰ, ਮੇਰੀ ਖੁੱਲੀ, ਮੇਰੇ ਬੱਚੇ। ਜਦੋਂ ਆਪਦੇ ਜਵਾਕ ਨੂੰ ਭੇਜਣਾ ਹੁੰਦਾ ਤੇ ਅਮਰੀਕਾ, ਕੈਨੇਡਾ, ਤੇ ਜਿਹੜੇ ਪੰਜਾਬ ਵਾਲੇ ਪਰਤੀ ਜਾਂਦੇ ਆ ਬਾਹਰ, 5-6 ਡਾਰੀ ਮਾਰਦਾ ਤੇ ਸ਼ਾਮ ਨੂੰ ਆਲਣੇ ਚਾਹੁੰਦਾ, ਤੇ ਇਹ ਪਰਤੀ ਜਾਂਦੇ ਆ, ਮੁੜਦਾ ਕੋਈ ਕਿਉਂ? ਬਿਕੋਜ਼ देयर इज लैक ऑफ अपॉर्चुनिटीज। ਤੁਸੀਂ ਉਹਨਾਂ ਨੂੰ ਅਪਰਚੁਨਿਟੀ ਨਹੀਂ ਦਿਓਗੇ ਤੇ ਉਹ ਚਲੇ ਜਾਣਗੇ। ਅੱਜ ਕਿਸਾਨੀ ਅਖੇ ਜੀ ਕਹਿੰਦੇ ਸਿਵਲ ਵਾਰ ਗਲਤ ਸ਼ਬਦ ਹੈ। ਉਹ ਭਾਈ ਤੁਹਾਡੀ 60% ਆਬਾਦੀ ਸੜਕਾਂ ਤੇ ਫਿਰਦੀ ਸੀ, ਤੇ ਹੋਰ ਕੀ ਹੈ ਇਹ? ਤੁਹਾਨੂੰ ਪਿੰਡਾਂ 'ਚ ਵੜਨ ਨਹੀਂ ਦਿੰਦੇ, ਕਾਲੀਆਂ ਝੰਡੀਆਂ ਦਿਖਾਉਂਦੇ ਆ। ਇਹ ਕੀ ਹੈ? ਇਹ ਰੋਸ਼ ਹੈ, ਆਕਰੋਸ਼ ਹੈ। ਇਸ ਟ੍ਰੈਂਡ ਨੂੰ ਸਾਨੂੰ ਬਦਲਣਾ ਪਊ। ਸਾਨੂੰ ਚਾਹੇ ਕਿਸਾਨੀ ਹੋਵੇ, ਚਾਹੇ ਛੋਟਾ ਵਪਾਰੀ ਹੋਵੇ, ਇਹ ਜਿਹੜਾ 1% ਬੰਦਿਆਂ ਨੂੰ ਫਾਇਦੇ ਜਾਈ ਜਾਂਦੇ ਆ ਨਾ, ਇਹ ਸਾਰਾ ਫਾਇਦਾ ਨਿਰੰਤਰ ਛੋਟੇ ਕਿਸਾਨ, ਛੋਟੇ ਵਪਾਰੀ, ਆਮ ਆਦਮੀ ਨੂੰ ਇਹ ਫਾਇਦਾ ਟੈਕਸਾਂ ਦਾ ਦੁੱਗਣਾ ਤਿੱਗਣਾ ਹੋ ਕੇ ਉਹਦੀ ਡਿਵੈਲਪਮੈਂਟ ਦੀ ਫਾਰਮ 'ਚ, ਉਹਦੀ ਝੌਂਪੜੀ ਦੇ ਅੱਗੋਂ ਹਲਕੀ ਜੀ ਸੜਕ, ਹੈਲਥ, ਐਜੂਕੇਸ਼ਨ, ਆਫ ਸ਼ੂਟਸ ਨੇ ਉਹ ਇਨਕਮ ਦੀਆਂ। ਸੂਬੇ ਕੋਲ ਇਨਕਮ ਹੈ ਨਹੀਂ। ਤੁਸੀਂ ਕਰਜ਼ਾ ਲੈਂਦੇ ਹੋ, 1000 ਕਰੋੜ ਦਾ ਕਰਜ਼ਾ ਹੈ, ਤੁਸੀਂ 1000 ਹੋਰ ਲੈਂਦੇ ਹੋ, ਉਹ 'ਚੋਂ 750 ਮੋੜ ਦਿੰਦੇ ਹੋ ਤੇ 250 ਦੇ ਵੰਡ ਦਿੰਦੇ ਹੋ। ਆਹ ਵੀ ਲੈ ਲੈ, ਆਹ ਵੀ ਲੈ ਲੈ, ਆਹ ਵੀ ਲੈ ਲੈ। ਉਹ ਭਾਈ ਵੰਡ ਤਾਂ ਦਿੱਤੇ, ਇਹ ਮੋੜੂ ਕੌਣ? ਮੋੜੂ ਦੇਖੀ ਜਾਓ। 31000 ਕਰੋੜ ਉਹ ਦੇ ਗਏ ਸੀ ਲਾਸਟ ਦਿਨ ਪਿਛਲੇ। ਇਹ ਮੈਂ ਤੁਹਾਨੂੰ ਅੱਜ ਕਹਿ ਰਿਹਾ, ਜਾਂ ਤੇ ਮਾਫੀਆ ਜਿਉਂਦਾ ਰੱਖ ਲਓ ਤੇ ਜਾਂ ਪੰਜਾਬ ਜਿਉਂਦਾ ਰੱਖ ਲਓ। ਜੇ ਪੰਜਾਬ ਜਿਉਂਦਾ ਰੱਖਣਾ ਤੇ ਫਿਰ 25 ਤੋਂ 40,000 ਕਰੋੜ ਦੀ ਆਮਦਨ ਪੰਜਾਬ ਦੇ ਖਜ਼ਾਨੇ 'ਚ ਪੈ ਕੇ ਦੁੱਗਣੀ ਤਿੱਗਣੀ ਹੋ ਕੇ ਲੋਕਾਂ ਕੋਲ ਵਾਪਸ ਜਾਣੀ ਚਾਹੀਦੀ। ਤਾਂ ਹੀ ਤੇਰਾ 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 ਇਹੀ ਅਰਦਾਸ ਇੱਥੇ ਇਹੀ ਅਰਦਾਸ ਕਰਨ ਆਇਆ ਮੈਂ ਕਿ ਤੇਰਾ ਤੇਰਾ ਤੇਰਾ। ਕੋਈ ਤੋਲਣ ਵਾਲਾ ਬੰਦਾ ਬਾਬੇ ਨਾਨਕ ਤੋਂ ਪ੍ਰੇਰਣਾ ਲੈ ਕੇ ਸਰਕਾਰ 'ਚ ਖੜ ਕੇ ਕਹੇ ਕਰਪਸ਼ਨ ਦੂਰ ਕਰੂੰਗਾ ਔਰ ਕਿਰਦਾਰ ਇਹੋ ਜਿਹਾ ਰੱਖੂੰਗਾ। ਕਿਰਦਾਰ ਕੀ ਹੁੰਦਾ ਭਾਈ? ਜਿਹਤੇ ਵਿਸ਼ਵਾਸ ਹੁੰਦਾ। ਕਿਰਦਾਰ ਕੀ ਹੁੰਦਾ? ਜਿਹੜਾ ਆਪਣੇ ਤੋਂ ਵੱਧ ਸ੍ਰਿਸ਼ਟੀ ਦੀ ਸੋਚੇ, ਆਪਣੇ ਤੋਂ ਵੱਧ ਆਵਾਮ ਦੀ ਸੋਚੇ, ਔਰ ਕਹੇ ਕਿ ਮੈਨੂੰ ਬਾਬਾ ਨਾਨਕ ਦੇ ਦਰਸ਼ਨ ਇਸ ਆਵਾਮ 'ਚ ਹੁੰਦੇ ਆ, ਪੰਜਾਬ ਦੇ ਲੋਕਾਂ 'ਚ ਹੁੰਦੇ ਆ। 3 ਕਰੋੜ ਪੰਜਾਬੀਆਂ 'ਚ ਮੈਨੂੰ ਰੱਬ ਦਿਖਦਾ, ਨਰਮੇ ਨਾਰਾਇਣ ਹੈ। ਇਹੀ ਉੱਤਮ ਸੇਵਾ ਹੈ। ਇਸ ਕਰਕੇ ਮੇਰਾ ਜਿਹੜਾ ਇੱਥੇ ਆਉਣ ਦਾ ਮਕਸਦ ਸੀ ਭਾਜੀ, ਚਾਹੇ ਉਹ ਆਪਸੀ ਭਾਈਚਾਰੇ ਦੀ ਗੱਲ ਹੋਵੇ, ਚਾਹੇ ਉਹ ਸਰਬੱਤ ਦੇ ਭਲੇ ਦੀ ਗੱਲ ਹੋਵੇ, ਚਾਹੇ ਉਹ ਹੱਕ ਹਲਾਲ ਦੀ ਕਮਾਈ ਦੀ ਗੱਲ ਹੋਵੇ, ਚਾਹੇ ਭਾਈ ਲਾਲੋ ਦੀ ਇੱਜ਼ਤ ਦੀ ਰੋਟੀ ਹੋਵੇ, ਮੇਰਾ ਇੱਕੋ ਹੀ ਮੰਨਣਾ ਹੈ ਕਿ ਬਾਬੇ ਨਾਨਕ ਦੇ ਫਲਸਫੇ ਦੇ ਨਾਲ ਪੰਜਾਬ ਦਾ ਉਥਾਨ ਹੋਏਗਾ। ਲੇਕਿਨ ਮੰਨ ਕੇ ਨਹੀਂ, ਉਸ ਰਾਹ ਤੇ ਚੱਲ ਕੇ। ਬਾਬੇ ਦੀ ਰਾਹ ਸਾਡੀ ਰਾਹ, ਮੈਂ ਅੱਜ ਦਾ ਨਹੀਂ ਕਹਿੰਦਾ, ਸਾਡੀ ਸਭ ਦੀ ਰਾਹ। ਤੇ ਮੈਂ ਅਗਰ ਮੈਨੂੰ ਬਾਬੇ ਨੇ ਭਾਗ ਬਖਸ਼ੇ ਔਰ ਮੈਂ ਕੱਲ ਕਰਤਾਰਪੁਰ ਗਿਆ ਤੇ ਮੈਂ ਉੱਥੇ ਇੱਕ ਹੋਰ ਵੱਡੀ ਗੱਲ ਰੱਖੂ ਔਰ ਨਿਰਭੈ ਹੋ ਕੇ ਰੱਖੂ। ਨਿਰਭੈਤਾ ਕਿਉਂ ਮੁੱਕੀ ਜਾਂਦੀ ਹੈ? ਲੋਕਾਂ ਦੀਆਂ ਬਾਹਾਂ ਕਿਉਂ ਮਰੋੜੀਆਂ ਜਾਂਦੀਆਂ ਨੇ? ਵੱਡੇ ਵੱਡੇ ਚੀਫ ਮਿਨਿਸਟਰ ਰਬੜ ਦੇ ਗੁੱਡੇ ਬਣ ਕੇ, ਕਠਪੁਤਲੀਆਂ ਬਣ ਕੇ ਕਿਉਂ ਨੱਚਦੇ ਆ? ਕਿਉਂਕਿ ਉਹਨਾਂ ਕੋਲ ਮੋਰਲ ਅਥਾਰਟੀ ਨਹੀਂ ਹੈ। ਉਹਨਾਂ ਕੋਲ ਉਹ ਸੰਪਦਾ ਨਹੀਂ ਹੈ ਜਿਹੜੀ ਬਾਬੇ ਨਾਨਕ ਨੇ ਨਵਜੋਤ ਸਿੰਘ ਸਿੱਧੂ ਨੂੰ ਬਖਸ਼ੀ ਹੈ, ਸਾਡੇ ਪਰਿਵਾਰ ਨੂੰ ਬਖਸ਼ੀ ਹੈ। ਇਮਾਨਦਾਰੀ, ਇਹ ਸਰਕਾਰ ਬਾਰ-ਬਾਰ ਕਹਿ ਰਿਹਾ, ਇਮਾਨਦਾਰੀ ਤੇ ਬਣੇਗੀ, ਮੋਰਲ ਅਥਾਰਟੀ ਤੇ ਬਣੇਗੀ, ਕਿਰਦਾਰਾਂ ਦੇ ਉੱਤੇ ਬਣੇਗੀ। ਔਰ ਮੈਂ ਇਹੀ ਆਸ਼ੀਰਵਾਦ ਆ ਜਿੱਥੇ ਲੈ ਕੇ, ਇਹੀ ਲੈ ਕੇ ਚੱਲਿਆ ਆਸ਼ੀਰਵਾਦ ਕਿ ਇਹ ਬਾਬਾ ਜੀ ਤੇਰੇ ਫਲਸਫੇ ਨੂੰ ਹਰ ਦਿਲ ਦੇ ਵਿੱਚ ਉਭਾਰ, ਤਾਕਤ ਬਖਸ਼, ਜ਼ਰੀਆ ਬਣਾ ਕਿ ਜਿੱਦਾਂ ਤੈਨੂੰ ਮੰਨਦੇ ਆ ਤੇਰੇ ਫਲਸਫਿਆਂ ਦੇ ਉੱਤੇ ਤੁਰਨ ਦੀ ਤਾਕਤ ਵੀ ਸਾਡੇ ਕੋਲ ਹੋਵੇ। ਭਾਵੇਂ ਕੰਡੇ ਹੀ ਹੋਣ, ਉਹ ਮਖਮਲ ਬਣਨਗੇ। ਤੇ ਜਿਹੜੇ ਸ਼ਾਰਟਕਟ ਲੱਭਦੇ ਆ, ਇਨਸਟੈਂਟ ਕਾਫੀ ਲੱਭਦੇ ਆ, 2 ਮਹੀਨਿਆਂ 'ਚ ਵੰਡੀ ਤੁਰੀ ਜਾਂਦੇ ਆ, 4 ਮਹੀਨਿਆਂ 'ਚ ਵੰਡੀ ਤੁਰੀ ਜਾਂਦੇ। 500 ਵਾਅਦੇ ਕਰਤੇ ਜਿਨ੍ਹਾਂ ਨੇ ਤੇ ਪੂਰੇ 2 ਨਹੀਂ ਹੋਏ। ਚਾਦਰਾਂ 'ਚੋਂ ਪੈਰ ਨਹੀਂ, ਸਾਰੇ ਸਰੀਰ ਕੱਢੇ ਹੋਏ ਆ। ਉਹਨਾਂ ਨੂੰ ਸੋਝੀ ਬਖਸ਼,
ਸੋਝੀ ਬਖਸ਼ ਸੱਚ ਬੋਲਣ ਦੀ, ਸੋਝੀ ਬਖਸ਼ ਇਹ ਕਹਿਣ ਦੀ ਕਿ ਗਲਤੀਆਂ ਸੁਧਾਰੀਏ, ਤਾਂ ਪੰਜਾਬ ਸਿਰਜਣਾ। ਝੂਠ ਦੇ ਉੱਤੇ, ਸਵਾਂਗ ਦੇ ਉੱਤੇ, ਟੋਂਗ ਦੇ ਉੱਤੇ ਲਾਲੀਪੌਪ ਵੰਡਣ ਨਾਲ ਪੰਜਾਬ ਨਹੀਂ ਸੰਵਰਨਾ। ਇੱਕ ਰੋਡ ਮੈਪ ਪੂਰੀ ਤਰ੍ਹਾਂ ਦਵਾਂਗਾ, ਕੋਈ ਮੇਰਾ ਠੇਕਾ ਨਹੀਂ ਲਿਆ ਹੋਇਆ ਉਸ ਰੋਡ ਮੈਪ, ਉਹ ਪੰਜਾਬੀਆਂ ਦਾ, ਪੰਜਾਬ ਦਾ। ਲੇਕਿਨ ਜਿਹੜਾ ਕਹੂ ਤੇਰਾ 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 ਉਹ ਤਰੂ, ਤੇ ਜਿਹੜਾ ਕਹੂ ਮੇਰੀਆਂ ਬੱਸਾਂ, ਮੇਰੇ ਢਾਬੇ, ਮੇਰੇ ਬਿਜ਼ਨਸ, ਮੇਰੇ ਹੋਟਲ, ਉਹ ਸਿਆਸੀ ਤੌਰ ਤੇ ਮਰੂ। ਕੰਗਨਾ ਰਣੌਤ ਦੇ ਕਿਸਾਨਾਂ ਖਿਲਾਫ ਵਿਵਾਦਿਤ ਬਿਆਨ ਤੇ ਭੜਕੇ ਮਨਜਿੰਦਰ ਸਿੰਘ ਸਿਰਸਾ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ, ਜੋ ਕਿ ਆਜ਼ਾਦੀ ਵਾਲੇ ਬਿਆਨ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਹੋਈ ਸੀ, ਵੱਲੋਂ ਅੱਜ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਗਿਆ ਹੈ। ਦਰਅਸਲ ਬੀਤੇ ਦਿਨ ਕੰਗਨਾ ਨੇ ਪੀਐਮ ਮੋਦੀ ਵੱਲੋਂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਵਾਪਸੀ ਦੇ ਐਲਾਨ ਨੂੰ ਬੇहद ਦੁਖਦ ਤੇ ਸ਼ਰਮਨਾਕ ਦੱਸਿਆ। ਇਸ ਦੌਰਾਨ ਉਹਨਾਂ ਨੇ ਸਭ ਤੋਂ ਪਹਿਲਾਂ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਯਾਦ ਕੀਤਾ, ਜਿਸ ਤੋਂ ਮਗਰੋਂ ਕਿਸਾਨਾਂ ਖਿਲਾਫ ਵਿਵਾਦਿਤ ਬਿਆਨ ਤੇ ਭੜਕੇ ਮਨਜਿੰਦਰ ਸਿੰਘ ਸਿਰਸਾ ਦਾ ਆਇਆ ਵੱਡਾ ਬਿਆਨ। कंगना रनावत, जिस औरत के खिलाफ असी कुछ बोलना तो चाहते नहीं, पर ये इन्नी ज़्यादा अटेंशन सीकर आ, सानू मजबूर कर दिंदी आ अपनी वाहियात हरकतां करके बोलण वास्ते। हुण उन्हें जो स्टेटमेंट दिती इंस्टाग्राम ते, जिस दे विच उन्हें ये कहा कि देश के प्रधानमंत्री खालिस्तानी अतवादियों दे अगे चुके आ। उन्हां किसानां नूं जिहड़े 1 साल तो निरंतर तपस्या कर रहे हैं बार्डरां ते, और जिन्हां दी तपस्या दे करके कल बहुत वड्डी जित होई उन्हां दी, वो जित कई घटिया मानसिकता के लोगों के कोलों बर्दाश्त नहीं हो रही। आम कहिंदे सी भावें कुछ हो जाए बिल वापस नहीं होणगे, भावें कुछ हो जाए बिल वापस नहीं होणगे। हुण उन्हां दा हाजमा खराब हो गया, उन्हां नूं तकलीफ हो रही है। पर जो उन्हें वाहियात स्टेटमेंट दी है, मैं उस कंगना रनावत नूं कहना चाहुंदा, जे तूं औरत ना हुंदी ना, सानूं भी जवाब ना, फिर असीं इन्हां इंस्टाग्राम और फोनां ते और फेसबुक ते जवाब ना दिंदे। साडा जवाब इहो जिहा हुंदा, लोग पुछण आउंदे तैनूं। ये वाहियात औरत कह रही आ इंदिरा गांधी ने सिखां नूं पैरां थल्ले कुचलिया सी, इंदिरा गांधी ने उन्हां नूं मच्छरां वरगू कुचलिया सी, और कहंदी इहो जिहा ही गुरु होना चाहीदा है जिहड़ा इन्हां नूं कुचले। वो भले वो लोगो, सानू अबदाली वर्गे ना कुचल सके, जखरिया खान वर्गे ना कुचल सके, उस माँ ने इहो जिहा पुत्त नहीं जम्मिया जिहड़ा सिख नूं झुका सके। कुचलना तो बहुत दूर की गल है। साडा इतिहास पुछना है, जनरल डायर के परिवार तो जाके पुछी। और मैं कंगना रनावत नूं उहदे प्यो नूं कहना चाहुंदा, ये तेरी जिहड़ी औलाद आ, ये नाचे जिहड़े ने, इन्हां नूं लगाम पा, किते एवें कुचलन कचलन के चक्कर के अंदर कुछ होर ना हो जाए। बहुत हो गया, बर्दाश्त की एक सीमा होंदी आ, और जदों भी कोई पानी नक तो उपर आ जाए फिर डुबना तय हो जाता है। मैं सरकार नूं भी कहना चाहुंदा, आ जिहड़ी तुसीं लच्चर औरत रखी है ना, वाहियात, जिहड़ा सारा दिन गंद बोलदी है सिखां दे खिलाफ, कॉम्यूनल हेट फैलाउंदी है सिखां दे खिलाफ, ऐसे वाहियात लोगों का समाज च कोई काम नहीं है। इन्हों सिक्योरिटी ना दिओ, इन्हों गनमैन की लोड़ नहीं, इन्हों डॉक्टर की लोड़ आ, इन्हों मैंटल हॉस्पिटल की लोड़ आ। तुसीं सिखां नूं इह कह दो पैरां थले कुचल दूगा कोई मच्छर वांगू। साडी मजबूरी है कि एक औरत है, कोई मर्द हुंदा फिर तैनूं असीं जवाब भी दिंदे। मैं फिर तो उहदे माँ बाप ने समझाउणा चाहुंदा है, ये वाहियात स्टेटमेंटां देनियां बंद करे। किते टेंशन सीक करदी इतनी टेंशन ना मिल जाए कि सारा देश नूं वेंदा फिरे मगरों। अगे भी ये खिलाफ मैं कार्रवाई की सी, उहदे ने माफ़ी मंग ली, असीं पिछे हट गए, कोर्ट च अजे भी केस पेंडिंग आ, मेरी स्टेटमेंट भी हो गई सी, पर मैं कहा चलो छोड़ो, साडा परपस किसी नूं जेल भेजना नहीं, पर जेल भेजे बिना सुधरेगी नहीं। मैं सरकार नूं भी कहना, इस बीमारी नूं जिन्नी छेती जेल भेज दोगे उन्नी छेती चंगी गल है। ये बीमारी आ, ये बीमारी देश के अंदर जहर फैलाउण का काम कर रही है, समाज नूं वंडण का काम कर रही है, कम्यूनल हेट फैला रही है बीमारी। इस बीमारी के उत्ते लगाम पाउणी बहुत जरूरी है।
ਔਰ ਹੁਣੇ ਅਸੀਂ ਪੁਲਿਸ ਸਟੇਸ਼ਨ ਕੰਪਲੇਂਟ ਦਿਆਂਗੇ। ਔਰ ਮੈਂ ਵੀ ਤੁਹਾਨੂੰ ਇਹ ਯਕੀਨੀ ਬਣਾਉਂਗਾ, ਜੇਕਰ ਦਿੱਲੀ ਪੁਲਿਸ ਨੇ CP ਦੇ ਖਿਲਾਫ ਮੁਕੱਦਮਾ ਨਹੀਂ ਦਰਜ ਕੀਤਾ ਉਹਦੇ ਘਰ ਦੇ ਬਾਹਰ ਧਰਨੇ ਤੇ ਬੈਠੇ ਰਵਾਂਗੇ। ਬਹੁਤ ਹੋ ਗਿਆ, ਬਰਦਾਸ਼ਤ ਨਹੀਂ ਕਰ ਸਕਦੇ ਹੁਣ ਇੰਨਾ। ਔਰ ਮੈਂ ਫਿਰ ਉਹਦੇ ਮਾਂ-ਬਾਪ ਨੂੰ ਚੇਤਾਵਨੀ ਦੇ ਕੇ ਕਹਿੰਦਾ, ਆਪਣੀ ਇਸ ਸਮਝਾ ਲਓ ਇਹਨੂੰ, ਇਹ ਜੋ ਵਾਜਿਆਤ ਗੱਲਾਂ ਕਰਦੀਆਂ ਇਹਨੂੰ ਨਕੇਲ ਪਾਓ, ਨਹੀਂ ਤਾਂ ਨਕੇਲ ਸਾਨੂੰ ਪਾਉਣੀ ਆਉਂਦੀ ਆ। ਕਾਨੂੰਨ ਰੱਦ ਹੋਣ ਤੋਂ ਬਾਅਦ ਵੀ ਗੁਰਨਾਮ ਸਿੰਘ ਚੜੂਨੀ ਦਾ ਅੰਦੋਲਨ ਨੂੰ ਲੈ ਕੇ ਆਇਆ ਵੱਡਾ ਬਿਆਨ। साथियों नमस्कार। साथियों, हमारे देश के अंदर जाति के नाम पे, धर्म के नाम पे हमें आपस में बांट के इस देश के ऊपर पूंजीपति कब्जा कर रहे हैं और हम हर बार असहाय होकर रह जाते हैं। हमें इकट्ठे होने की जरूरत है। दलितों को, जर्नल को, दूसरों को ना हम सारी जातिवाद मिटाएं, धर्मवाद मिटाएं, हम सब इकट्ठे हों तो हम इन पूंजीपतियों से जाके पार पा सकते हैं, अगर हम एक मंच पे इकट्ठे हों। और इसके लिए कांता आनड़िया जी जो देश की एक बड़ी दलित नेता हैं, उन्होंने संविधान दिवस की पूर्व संध्या पर 25 तारीख को अम्बाड़ा शहर के अंदर एक बड़ी रैली रखी है और संविधान बचाओ, देश बचाओ, किसान मजदूर बचाओ सम्मेलन उसका नाम रखा है। तो साथियों, आप सबसे अनुरोध है कि 25 नवंबर को अम्बाड़ा शहर के सेक्टर 8 में कम्युनिटी सेंटर है, वहां पे सुबह 10 बजे ये सम्मेलन रखा गया है, सेक्टर 8 के कम्युनिटी सेंटर अम्बाड़ा शहर में। तो आप सबसे अनुरोध है कि आप ज्यादा से ज्यादा संख्या में वहां पहुंचें और हम सभी किसान, मजदूर, दलित, जर्नल, SC, BC सब इकट्ठे होकर एक मंच पे आके इस देश को बचाने का काम करें। और इसकी जो अध्यक्षता है वो देश की बड़ी दलित लीडर है कांता आनड़िया जी, वो करेंगी। मेरा सभी किसान भाइयों से, सभी मजदूर भाइयों से, सभी शहर वाले दुकानदार भाइयों से, सभी भाइयों से अनुरोध है, हम सब ने इकट्ठे होकर इस देश को बचाना है, वरना सबकी बर्बादी तय है। ये पूंजीवाद सबको खा जाएगा। इसको बचाने के लिए हम सब ने इकट्ठे होना है। आप सबसे हाथ जोड़ के प्रार्थना है कि 25 तारीख को सेक्टर 8 के कम्युनिटी सेंटर में सुबह 10 बजे ज्यादा से ज्यादा संख्या में सभी भाई पहुंचे और आपस में तालमेल बढ़ाएं। तो आप सभी का बहुत बहुत धन्यवाद।